ਸਤਿ ਸ਼੍ਰੀ ਅਕਾਲ ਜੀ। ਅੱਜ ਦੀ ਨਵੀਂ ਕਹਾਣੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਮੇਰੇ ਪਾਪਾ ਹਰ ਹਫ਼ਤੇ ਦਿੱਲੀ ਜਾਂਦੇ ਸਨ ਅਤੇ ਜਦੋਂ ਵਾਪਸ ਆਉਂਦੇ ਹੁੰਦੇ ਸਨ ਤਾਂ ਉਹਨਾਂ ਦਾ ਸੁਭਾਅ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਸੀ। ਉਹ ਮੇਰੀ ਮੰਮੀ ਨੂੰ ਮਨਹੂਸ ਕਹਿੰਦੇ ਸਨ ਤੇ ਕਹਿੰਦੇ ਸਨ ਕਿ ਜਦੋਂ ਤੇਰੇ ਨਾਲ ਮੇਰਾ ਵਿਆਹ ਹੋਇਆ ਮੇਰੀ ਜ਼ਿੰਦਗੀ ਨਰਕ ਬਣ ਗਈ ਹੈ। ਮੈਂ ਤੇਰੇ ਨਾਲ ਵਿਆਹ ਕਰਾ ਕੇ ਬਹੁਤ ਪਛਤਾ ਰਿਹਾ ਹਾਂ। ਤੇਰੇ ਮਾਪਿਆਂ ਨੇ ਮੇਰੇ ਨਾਲ ਤੇਰਾ ਵਿਆਹ ਕਰਕੇ ਮੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ। ਮੈਂ ਪਾਪਾ ਦੇ ਮੂੰਹੋਂ ਇਹ ਗੱਲਾਂ ਹਰ ਰੋਜ਼ ਸੁਣਦੀ ਸੀ। ਮੈਨੂੰ ਆਪਣੀ ਮੰਮੀ ਤੇ ਬਹੁਤ ਤਰਸ ਆਉਂਦਾ ਸੀ, ਪਰ ਮੈਂ ਕੁਝ ਵੀ ਨਹੀਂ ਸੀ ਕਰ ਸਕਦੀ। ਅਸੀਂ 6 ਭੈਣਾਂ ਸਨ, ਪਰ ਮੇਰੇ ਪਾਪਾ ਨੂੰ ਆਪਣੇ ਘਰ ਲਈ ਵਾਰਸ ਚਾਹੀਦਾ ਸੀ। ਮੇਰੀ ਮਾਂ ਹੁਣ ਕੋਈ ਹੋਰ ਬੱਚਾ ਨਹੀਂ ਸੀ ਪੈਦਾ ਕਰ ਸਕਦੀ। ਜਦੋਂ ਤੱਕ ਮੇਰੇ ਦਾਦੀ ਜੀ ਜਿਉਂਦੇ ਸੀ ਉਹਨਾਂ ਟਾਈਮ ਮੇਰੇ ਪਾਪਾ ਨੂੰ ਉਹਨਾਂ ਨੇ ਦੂਜਾ ਵਿਆਹ ਕਰਨ ਤੋਂ ਰੋਕ ਰੱਖਿਆ ਸੀ, ਪਰ ਦਾਦੀ ਦੀ ਮੌਤ ਤੋਂ ਬਾਅਦ ਪਾਪਾ ਮੇਰੀ ਮੰਮੀ ਨੂੰ ਹਰ ਰੋਜ਼ ਤਾਨੇ ਮਿਹਣੇ ਦਿੰਦੇ ਸਨ। ਹੁਣ ਤਾਂ ਆਂਢ ਗੁਆਂਢ ਦੇ ਲੋਕ ਵੀ ਮੇਰੀ ਮੰਮੀ ਨੂੰ ਕਹਿੰਦੇ ਸਨ ਕਿ ਤੂੰ ਇਸ ਆਦਮੀ ਨੂੰ ਤਲਾਕ ਦੇ, ਤੇ ਆਂਢ ਗੁਆਂਢ ਦੀਆਂ ਔਰਤਾਂ ਇਹੀ ਕਹਿੰਦੀਆਂ ਸਨ ਕਿ ਕਦੋਂ ਤੱਕ ਇਸ ਜ਼ਾਲਮ ਬੰਦੇ ਦੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰੇਂਗੀ। ਪਰ ਮੇਰੀ ਮੰਮੀ ਨੂੰ ਇਹ ਨਹੀਂ ਸੀ ਮਨਜ਼ੂਰ। ਉਹ ਕਹਿੰਦੀ ਸੀ ਮੇਰੀਆਂ 6 ਬੇਟੀਆਂ ਹਨ ਤੇ 4 ਬਿਲਕੁਲ ਜਵਾਨ ਹਨ। ਇਸ ਉਮਰ ਵਿੱਚ ਮੈਂ ਤਲਾਕ ਨਹੀਂ ਲੈ ਸਕਦੀ। ਮੈਂ ਤਾਂ ਆਪਣੀਆਂ ਕੁੜੀਆਂ ਦੇ ਵਿਆਹ ਕਰ ਦੇਵਾਂ ਤੇ ਉਹ ਜਲਦੀ ਤੋਂ ਜਲਦੀ ਆਪਣੇ ਘਰ ਚਲੀਆਂ ਜਾਣ। ਮੇਰੀ ਮੰਮੀ ਤਾਂ ਸਾਡੇ ਲਈ ਹਰ ਰੋਜ਼ ਆਂਢ ਗੁਆਂਢ ਦੀਆਂ ਔਰਤਾਂ ਅਤੇ ਰਿਸ਼ਤੇਦਾਰਾਂ ਨੂੰ ਕਹਿੰਦੀ ਕਿ ਮੇਰੀ ਬੇਟੀਆਂ ਦੇ ਲਈ ਕੋਈ ਰਿਸ਼ਤੇ ਦੀ ਦੱਸ ਪਾਓ। ਮੇਰੇ ਪਾਪਾ ਨੂੰ ਸਾਡੀ ਕੋਈ ਫਿਕਰ ਨਹੀਂ ਸੀ। ਉਹ ਤਾਂ ਸਾਡੇ ਤੋਂ ਨਫ਼ਰਤ ਕਰਦੇ ਸਨ। ਮੇਰੀ ਮੰਮੀ ਕਹਿੰਦੇ ਸਨ ਕਿ ਮੇਰੀਆਂ ਬੇਟੀਆਂ ਦਾ ਵਿਆਹ ਹੋ ਜਾਵੇ, ਉਸ ਤੋਂ ਬਾਅਦ ਮੈਂ ਇਸ ਬੰਦੇ ਤੋਂ ਖਹਿੜਾ ਛਡਵਾ ਲਵਾਂਗੀ। ਅਸੀਂ ਵੀ ਆਪਣੇ ਪਾਪਾ ਦੇ ਪਿਆਰ ਲਈ ਤਰਸਦੀਆਂ ਸੀ, ਪਰ ਸਾਡੇ ਪਾਪਾ ਨੂੰ ਕੋਈ ਫਿਕਰ ਨਹੀਂ ਸੀ। ਉਹ ਤਾਂ ਭੁੱਲ ਹੀ ਗਏ ਸੀ ਕਿ ਅਸੀਂ ਉਹਨਾਂ ਦੀ ਔਲਾਦ ਹਾਂ। ਇੱਕ ਦਿਨ ਜਦੋਂ ਪਾਪਾ ਦਿੱਲੀ ਤੋਂ ਵਾਪਸ ਆਏ ਤਾਂ ਉਹਨਾਂ ਨੇ ਮੇਰੀ ਮੰਮੀ ਅੱਗੇ ਸ਼ਰਤ ਰੱਖੀ ਕਿ ਜੇਕਰ ਤੂੰ ਇਸ ਘਰ ਵਿੱਚ ਰਹਿਣਾ ਤਾਂ ਮੈਂ ਦੂਜਾ ਵਿਆਹ ਕਰਵਾਊਂਗਾ। ਤਾਂ ਜਦੋਂ ਮੇਰੀ ਮੰਮੀ ਨੇ ਮੇਰੇ ਪਾਪਾ ਦੇ ਮੂੰਹੋਂ ਦੂਜੇ ਵਿਆਹ ਦੀ ਗੱਲ ਸੁਣੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਅਸੀਂ ਸਾਰੀਆਂ ਭੈਣਾਂ ਵੀ ਪਰੇਸ਼ਾਨ ਹੋ ਗਈਆਂ। ਜੇ ਮੇਰੇ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਸਾਨੂੰ ਉਹ ਇਸ ਘਰ ਵਿੱਚੋਂ ਕੱਢ ਦੇਣਗੇ। ਮੇਰੀ ਮੰਮੀ ਮੇਰੇ ਪਾਪਾ ਦਾ ਦੂਜਾ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦੇ, ਕਿਉਂਕਿ ਮੇਰੀ ਮੰਮੀ ਨੂੰ ਪਤਾ ਸੀ ਕਿ ਉਸ ਤੋਂ ਬਾਅਦ ਸਾਨੂੰ ਘਰ ਤੋਂ ਬਾਹਰ ਕੱਢ ਦੇਣਗੇ ਤੇ ਸਾਨੂੰ ਜਾਇਦਾਦ ਵਿੱਚੋਂ ਵੀ ਬੇਦਖਲ ਕਰ ਦੇਣਗੇ। ਫਿਰ ਇੱਕ ਦਿਨ ਮੰਮੀ ਨੇ ਕੁਝ ਸੋਚ ਕੇ ਉਹਨਾਂ ਦੇ ਦੂਜੇ ਵਿਆਹ ਲਈ ਹਾਂ ਕਰ ਦਿੱਤੀ। ਮੇਰੀ ਮੰਮੀ ਨੇ ਮੇਰੇ ਪਾਪਾ ਨੂੰ ਕਿਹਾ ਕਿ ਮੇਰੇ ਚਾਚੇ ਦੀ ਬੇਟੀ ਹੈ, ਮੈਂ ਉਸ ਦਾ ਵਿਆਹ ਤੁਹਾਡੇ ਨਾਲ ਕਰਵਾ ਦਿੰਦੀ ਹਾਂ, ਪਰ ਜਿਵੇਂ ਮੈਂ ਕਹਾਂਗੀ ਉਹ ਉਵੇਂ ਹੀ ਇਸ ਘਰ ਵਿੱਚ ਰਹੇਗੀ। ਜਦੋਂ ਮੰਮੀ ਨੇ ਆਪਣੇ ਚਾਚੇ ਦੀ ਬੇਟੀ ਦਾ ਰਿਸ਼ਤੇ ਦੀ ਗੱਲ ਮੇਰੇ ਪਾਪਾ ਨਾਲ ਕਰੀ ਤਾਂ ਮੇਰੇ ਪਾਪਾ ਗੁੱਸੇ ਵਿੱਚ ਅੱਗ ਬਬੂਲਾ ਹੋ ਗਏ ਤੇ ਕਹਿਣ ਲੱਗੇ ਮੈਂ ਤਾਂ ਦੂਜਾ ਵਿਆਹ ਦਿੱਲੀ ਵਾਲੀ ਕੁੜੀ ਨਾਲ ਹੀ ਕਰਵਾਵਾਂਗਾ। ਜਦੋਂ ਮੇਰੀ ਮੰਮੀ ਨੇ ਉਸ ਦਿੱਲੀ ਵਾਲੀ ਕੁੜੀ ਦੀ ਫੋਟੋ ਦੇਖੀ ਤਾਂ ਮੇਰੀ ਮੰਮੀ ਦੀ ਜਾਨ ਹੀ ਨਿਕਲ ਗਈ, ਕਿਉਂਕਿ ਉਹ ਮੇਰੀ ਮਾਂ ਦੀ ਹੀ ਮੇਰੀ ਮੰਮੀ ਮੇਰੇ ਪਾਪਾ ਦੀ ਦੂਸਰੀ ਸ਼ਾਦੀ ਲਈ ਮੰਨ ਗਈ ਸੀ ਤੇ ਮੇਰੇ ਪਾਪਾ ਦਾ ਦੂਜਾ ਵਿਆਹ ਕਰਵਾ ਦਿੱਤਾ। ਮੇਰੇ ਪਾਪਾ ਨੇ ਸਾਡੇ ਘਰ ਦੇ ਸਾਹਮਣੇ ਵਾਲਾ ਘਰ ਖਰੀਦ ਕੇ ਆਪਣੀ ਘਰਵਾਲੀ ਨੂੰ ਰੱਖਿਆ। ਮੇਰੀ ਮਾਂ ਨੇ ਸਾਨੂੰ 6 ਭੈਣਾਂ ਨੂੰ ਹਦਾਇਤ ਦਿੱਤੀ ਕਿ ਤੁਸੀਂ ਉਸ ਘਰ ਵਿੱਚ ਕਦੇ ਵੀ ਨਹੀਂ ਜਾਓਗੀਆਂ। ਕੁਝ ਵੀ ਹੋ ਜਾਵੇ, ਆਪਣੇ ਵਿੱਚੋਂ ਕੋਈ ਵੀ ਉਸ ਘਰ ਵਿੱਚ ਕਦੇ ਵੀ ਨਹੀਂ ਜਾਵੇਗਾ। ਸਾਨੂੰ ਵੀ ਪਾਪਾ ਦੇ ਦੂਜਾ ਵਿਆਹ ਕਰਵਾਉਣਾ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਿਆ। ਕੁਛ ਵੀ ਸੀ, ਹੈ ਤਾਂ ਉਹ ਸਾਡੀ ਸੌਤੇਲੀ ਮਾਂ ਸੀ। ਸਾਨੂੰ ਆਪਣੀ ਮਾਂ ਨਾਲੋਂ ਵੱਧ ਕੁਝ ਨਹੀਂ ਸੀ ਚੰਗਾ ਲੱਗਦਾ। ਹੁਣ ਮੇਰੇ ਪਾਪਾ ਨੇ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ। ਹੁਣ ਉਹ ਮੇਰੀਆਂ ਦੋਨਾਂ ਵੱਡੀਆਂ ਭੈਣਾਂ ਦਾ ਜਲਦੀ ਤੋਂ ਜਲਦੀ ਵਿਆਹ ਕਰਨਾ ਚਾਹੁੰਦੇ ਸਨ। ਜਦੋਂ ਇਹ ਗੱਲ ਮੇਰੇ ਪਾਪਾ ਨੇ ਮੇਰੀ ਮੰਮੀ ਨੂੰ ਕਹੀ ਤਾਂ ਮੇਰੀ ਮੰਮੀ ਖੁਸ਼ ਹੋ ਗਈ। ਮੇਰੇ ਪਾਪਾ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ। ਉਹ 15 ਦਿਨ ਸਾਡੇ ਘਰ ਅਤੇ 15 ਦਿਨ ਮੇਰੀ ਸੌਤੇਲੀ ਮਾਂ ਦੇ ਘਰ ਰਹਿੰਦੇ ਸਨ। ਜਿਸ ਦਿਨ ਮੇਰੇ ਪਾਪਾ ਸਾਡੇ ਘਰ ਵਿੱਚ ਰਹਿੰਦੇ ਤਾਂ ਮੇਰੀ ਮੰਮੀ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਜਾਂਦੀ ਸੀ। ਉਹ ਜਦੋਂ ਸੁਬਾਹ ਉੱਠਦੀ ਤਾਂ ਉਹ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੁੰਦੀ ਤੇ ਉਸਨੂੰ ਚੱਕਰ ਆਉਣ ਲੱਗ ਜਾਂਦੇ ਸਨ।
ਇਸ ਗੱਲ ਤੋਂ ਅਸੀਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀ। ਸਾਨੂੰ ਆਪਣੀ ਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਫਿਕਰ ਸੀ, ਕਿਉਂਕਿ ਸਾਡਾ ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ ਜੋ ਸਾਨੂੰ ਹੋਰ ਕੋਈ ਸਹਾਰਾ ਦਿੰਦਾ। ਮੈਂ ਹਰ ਰੋਜ਼ ਇਸ ਬਾਰੇ ਸੋਚਦੀ। ਮੈਨੂੰ ਆਪਣੇ ਪਾਪਾ ਤੋਂ ਨਫ਼ਰਤ ਹੋ ਗਈ ਸੀ। ਮੇਰੇ ਪਾਪਾ ਜਦੋਂ ਵੀ ਮਾਂ ਦੇ ਨੇੜੇ ਆਉਂਦੇ ਤੇ ਮੇਰੀ ਮਾਂ ਨੂੰ ਤਕਲੀਫ ਦਿੰਦੇ। ਇਹ ਕਦੇ ਵੀ ਮੈਂ ਨਹੀਂ ਸੀ ਚਾਹੁੰਦੀ। ਇਹ ਰਾਜ ਜਾਣਨ ਦੇ ਲਈ ਮੈਂ ਮੰਮੀ ਵਾਲੀ ਚਾਦਰ ਲੈ ਕੇ ਮੰਮੀ ਦੇ ਕਮਰੇ ਵਿੱਚ ਚਲੀ ਗਈ। ਉਸ ਦਿਨ ਮੰਮੀ ਕਿਸੇ ਦੇ ਘਰ ਮੌਤ ਹੋਈ ਸੀ, ਉੱਥੇ ਗਈ ਹੋਈ ਸੀ। ਮੇਰੇ ਪਾਪਾ ਨੂੰ ਇਸ ਗੱਲ ਦਾ ਨਹੀਂ ਸੀ ਪਤਾ। ਉਹ 15 ਦਿਨ ਦੇ ਲਈ ਸਾਡੇ ਘਰ ਆਏ ਸਨ। ਮੈਂ ਮਾਂ ਦੀ ਚਾਦਰ ਲੈ ਕੇ ਆਪਣਾ ਚਿਹਰਾ ਲੁਕਾ ਕੇ ਮੰਮੀ ਦੇ ਬਿਸਤਰੇ ਤੇ ਲੇਟ ਗਈ। ਮੈਨੂੰ ਵੀ ਡਰ ਲੱਗ ਰਿਹਾ ਸੀ, ਪਰ ਮੈਂ ਇਹ ਰਾਜ ਜਾਣਨਾ ਚਾਹੁੰਦੀ ਸੀ, ਇਸ ਲਈ ਮੈਂ ਇਹ ਕਦਮ ਚੁੱਕਿਆ। ਜਦੋਂ ਪਾਪਾ ਕਮਰੇ ਵਿੱਚ ਆਏ ਤਾਂ ਉਹਨਾਂ ਨੇ ਲਾਈਟ ਜਗਾਈ। ਮੈਂ ਚੁੱਪਚਾਪ ਮੰਜੇ ਉੱਪਰ ਪਈ ਸੀ। ਮੈਂ ਆਪਣੇ ਸਾਹ ਵੀ ਘੁੱਟ ਲਏ ਸਨ। ਤਾਂ ਇਹ ਦੇਖ ਕੇ ਮੇਰੇ ਪਾਪਾ ਨੇ ਲਾਈਟ ਬੰਦ ਕਰ ਦਿੱਤੀ। ਮੈਂ ਸਿਰ ਤੋਂ ਲੈ ਕੇ ਪੈਰਾਂ ਤੱਕ ਚਾਦਰ ਨੂੰ ਲਪੇਟ ਰੱਖਿਆ ਸੀ। ਪਰ ਜਦੋਂ ਪਾਪਾ ਆਪਣੇ ਬਿਸਤਰੇ ਤੇ ਪੈਣ ਲੱਗੇ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਪਾਪਾ ਤਾਂ ਮੇਰਾ ਨਾਂ ਰਜਨੀ। ਅਸੀਂ 6 ਭੈਣਾਂ ਸੀ। ਮੇਰੇ ਭਰਾ ਦੀ ਬਚਪਨ ਵਿੱਚ ਮੌਤ ਹੋ ਗਈ ਸੀ। ਮੇਰੇ ਪਾਪਾ ਨੂੰ ਬੇਟੇ ਦੀ ਕਮੀ ਮਹਿਸੂਸ ਹੁੰਦੀ ਸੀ, ਪਰ ਮੇਰੀ ਮਾਂ ਹੁਣ ਹੋਰ ਬੱਚੇ ਨੂੰ ਜਨਮ ਨਹੀਂ ਸੀ ਦੇ ਸਕਦੀ। ਜਿੰਨਾ ਟਾਈਮ ਮੇਰੀ ਦਾਦੀ ਜਿਉਂਦੀ ਸੀ, ਮੇਰੇ ਪਾਪਾ ਵੀ ਡਰਦੇ ਸਨ ਤੇ ਮੇਰੀ ਮੰਮੀ ਨੂੰ ਕੁਝ ਨਹੀਂ ਸੀ ਕਹਿੰਦੇ। ਮੇਰੀ ਮਾਂ ਦੇ ਕੁੜੀਆਂ ਸਨ। ਦਾਦੀ ਨੂੰ ਇਹ ਗੱਲ ਨਹੀਂ ਸੀ ਚੰਗੀ ਲੱਗਦੀ, ਪਰ ਫਿਰ ਵੀ ਮੇਰੀ ਮਾਂ ਆਪਣੀ ਦਾਦੀ ਦੇ ਨਾਲ ਬਹੁਤ ਘੁਲ ਮਿਲ ਕੇ ਰਹਿੰਦੀ ਸੀ ਤੇ ਪਿਆਰ ਕਰਦੀ ਸੀ। ਪਰ ਜਿਉਂ ਹੀ ਦਾਦੀ ਦੀ ਮੌਤ ਹੋਈ, ਮੇਰੇ ਪਾਪਾ ਨੇ ਦੂਜਾ ਵਿਆਹ ਕਰਵਾ ਲਿਆ ਸੀ। ਮੇਰੀ ਮੰਮੀ ਮੇਰੇ ਪਾਪਾ ਨਾਲ ਨਾਰਾਜ਼ ਸੀ, ਪਰ ਫਿਰ ਵੀ ਉਹ ਸਾਡੀ ਖਾਤਰ ਲਈ ਉਸਨੇ ਹਾਂ ਕਰ ਦਿੱਤੀ। ਮੇਰੀ ਮੰਮੀ ਹਰ ਰੋਜ਼ ਸਵੇਰ ਨਾਸ਼ਤਾ ਬਣਾ ਕੇ ਮੇਰੀ ਦੂਜੀ ਮਾਂ ਦੇ ਘਰ ਭੇਜ ਦਿੰਦੀ ਸੀ, ਪਰ ਉਹ ਆਪ ਕਦੇ ਵੀ ਉਹਨਾਂ ਦੇ ਘਰ ਨਹੀਂ ਸੀ ਗਈ। ਮੇਰੇ ਮਨ ਵਿੱਚ ਤਾਂ ਬਹੁਤ ਆਇਆ ਸੀ ਕਿ ਮੈਂ ਇੱਕ ਵਾਰ ਆਪਣੀ ਦੂਜੀ ਮਾਂ ਨੂੰ ਤਾਂ ਜਾ ਕੇ ਮਿਲਾਂ, ਪਰ ਜਦੋਂ ਹੀ ਮੈਂ ਜਾਣ ਲੱਗਦੀ, ਮੇਰੀਆਂ ਦੂਜੀਆਂ ਭੈਣਾਂ ਨੂੰ ਪਤਾ ਲੱਗ ਜਾਂਦਾ ਤੇ ਉਹ ਮੈਨੂੰ ਰੋਕ ਦਿੰਦੀਆਂ ਤੇ ਕਹਿੰਦੀਆਂ ਕਿ ਮੰਮੀ ਤਾਂ ਪਹਿਲਾਂ ਹੀ ਦੁਖੀ ਹੈ, ਤੂੰ ਉਸ ਨੂੰ ਤਕਲੀਫ ਦਿੰਦੀ ਹੈ। ਫਿਰ ਮੈਂ ਆਪਣੀ ਮਾਂ ਦੇ ਬਾਰੇ ਸੋਚ ਕੇ ਉਹਨਾਂ ਦੇ ਘਰ ਨਾ ਜਾਂਦੀ। ਪਰ ਇੱਕ ਦਿਨ ਮੈਂ ਜੋ ਦੇਖਿਆ ਉਹ ਅਜੀਬ ਸੀ। ਮੈਂ ਆਪਣੇ ਗੁਆਂਢ ਦੇ ਦੂਸਰੇ ਘਰ ਵਿੱਚ ਜਾ ਰਹੀ ਸੀ ਕਿ ਮੇਰੇ ਪਾਪਾ ਤੇ ਦੂਜੀ ਮੰਮੀ ਦੇ ਘਰ ਵਿੱਚੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਮੈਂ ਬੱਚੇ ਦੀ ਆਵਾਜ਼ ਸੁਣ ਕੇ ਪਰੇਸ਼ਾਨ ਹੋ ਗਈ, ਕਿਉਂਕਿ ਦੂਜੀ ਮਾਂ ਦੇ ਕੋਈ ਵੀ ਬੱਚਾ ਨਹੀਂ ਸੀ। ਫਿਰ ਇਹ ਬੱਚੇ ਦੀ ਆਵਾਜ਼ ਕਿਉਂ ਆ ਰਹੀ ਹੈ, ਮੇਰੇ ਤੋਂ ਰਿਹਾ ਨਾ ਗਿਆ। ਮੈਂ ਉਹਨਾਂ ਦੇ ਘਰ ਚਲੀ ਗਈ। ਜਦੋਂ ਮੈਂ ਘਰ ਗਈ ਤਾਂ ਅੱਗੋਂ ਮੇਰੇ ਪਾਪਾ ਬੈਠੇ ਸਨ। ਮੈਨੂੰ ਦੇਖ ਕੇ ਪਾਪਾ ਬਹੁਤ ਗੁੱਸੇ ਹੋਏ ਤੇ ਮੈਨੂੰ ਬਹੁਤ ਝੜਕਾਂ ਵੀ ਪਈਆਂ ਤੇ ਕਹਿਣ ਲੱਗੇ, ਤੂੰ ਇੱਥੇ ਕੀ ਕਰਨ ਆਈ ਹੈ? ਤੇ ਕਹਿੰਦੇ, ਜੇ ਤੂੰ ਅੱਜ ਤੋਂ ਬਾਅਦ ਇੱਥੇ ਆਈ ਤਾਂ ਮੈਂ ਤੈਨੂੰ ਮਾਰ ਦੇਵਾਂਗਾ। ਜਦੋਂ ਮੈਂ ਪਾਪਾ ਦਾ ਗੁੱਸਾ ਦੇਖਿਆ ਤਾਂ ਮੈਂ ਡਰ ਗਈ। ਮੇਰੀ ਮਾਂ ਮੇਰੀ ਵੱਡੀ ਭੈਣ ਦੇ ਰਿਸ਼ਤੇ ਲਈ ਕਿਤੇ ਗੱਲ ਕਰ ਰਹੀ ਸੀ। ਜਦੋਂ ਮੇਰੀ ਮਾਂ ਆਈ ਤਾਂ ਉਸਨੇ ਉਸ ਰਿਸ਼ਤੇ ਦੀ ਗੱਲ ਮੇਰੇ ਪਾਪਾ ਨੂੰ ਦੱਸੀ। ਜਦੋਂ ਮੇਰੇ ਪਾਪਾ ਨੇ ਕਿਹਾ ਕਿ ਜੇਕਰ ਤੈਨੂੰ ਇਹ ਰਿਸ਼ਤਾ ਪਸੰਦ ਹੈ ਤਾਂ ਠੀਕ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਉਹ ਲੜਕਾ ਨੌਕਰੀ ਕਰਦਾ ਸੀ, ਇਸ ਲਈ ਉਸ ਨੂੰ ਨੌਕਰੀ ਦੇ ਲਈ ਬਾਹਰ ਜਾਣਾ ਸੀ ਤੇ ਉਹ ਵਿਆਹ ਦੀ ਵੀ ਜਲਦੀ ਮੰਗ ਰਹੇ ਸਨ। 2 ਮਹੀਨਿਆਂ ਬਾਅਦ ਮੇਰੀ ਭੈਣ ਦਾ ਵਿਆਹ ਹੋ ਗਿਆ। ਮੈਂ ਆਪਣੀ ਸੌਤੇਲੀ ਮਾਂ ਨੂੰ ਕਿਸਮਤ ਵਾਲੀ ਮੰਨ ਰਹੀ ਸੀ, ਕਿਉਂਕਿ ਉਸਦੇ ਆਉਂਦੇ ਹੀ ਮੇਰੀ ਭੈਣ ਦਾ ਵਿਆਹ ਹੋ ਗਿਆ ਸੀ ਤੇ ਮੇਰੀ ਭੈਣ ਆਪਣੇ ਘਰ ਵਾਲੀ ਹੋ ਗਈ ਸੀ। ਪਰ ਇੱਕ ਦਿਨ ਮੈਂ ਗੱਲਾਂ ਵਿੱਚ ਆਪਣੀ ਮਾਂ ਨੂੰ ਕਿਹਾ ਕਿ ਮੰਮੀ, ਪਾਪਾ ਦੇ ਦੂਜੇ ਵਿਆਹ ਦੀ ਗੱਲ ਭੈਣ ਦੇ ਸਹੁਰੇ ਘਰ ਵਾਲਿਆਂ ਕੋਲ ਕਰੀ ਹੈ ਕਿ ਨਹੀਂ? ਤੁਸੀਂ ਉਹਨਾਂ ਨੂੰ ਸਾਰੀ ਸੱਚਾਈ ਦੱਸ ਦਿੰਦੇ। ਜੇਕਰ ਬਾਅਦ ਵਿੱਚ ਉਹਨਾਂ ਨੂੰ ਇਹ ਪਤਾ ਗੱਲ ਦਾ ਲੱਗਿਆ ਤਾਂ ਭੈਣ ਨੂੰ ਬਹੁਤ ਤਾਹਨੇ ਮਿਹਣੇ ਸੁਣਨੇ ਪੈਣਗੇ। ਜਦੋਂ ਮੈਂ ਇਹ ਗੱਲ ਕਹੀ ਤਾਂ ਮੰਮੀ ਮੇਰੇ ਨਾਲ ਗੁੱਸੇ ਹੋਏ ਤੇ ਕਹਿਣ ਲੱਗੇ, ਤੂੰ ਆਪਣੀ ਭੈਣ ਦਾ ਘਰ ਉਜਾੜੇਂਗੀ। ਖਬਰਦਾਰ ਜੇਕਰ ਫੇਰ ਕਦੇ ਇਹ ਗੱਲ ਆਪਣੇ ਮੂੰਹੋਂ ਗਈ। ਕਦੇ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਕਿ ਮੈਂ ਵੀ ਮਾਂ ਦੀ ਸਕੀ ਧੀ ਨਹੀਂ ਹਾਂ। ਉਹ ਮੇਰੇ ਨਾਲ ਵੀ ਹੁਣ ਬਹੁਤ ਜ਼ਿਆਦਾ ਨਫ਼ਰਤ ਕਰਦੇ ਸੀ, ਕਿਉਂਕਿ ਮੈਂ ਜੋ ਵੀ ਘਰ ਵਿੱਚ ਕੁਝ ਗਲਤ ਹੁੰਦਾ ਤਾਂ ਉਸਦੇ ਖਿਲਾਫ ਬੋਲ ਪੈਂਦੀ ਸੀ।
ਜਦੋਂ ਮਾਂ ਗੁੱਸੇ ਵਿੱਚ ਹੁੰਦੀ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਕਿ ਉਹ ਇੰਨਾ ਦੁਖੀ ਕਿਉਂ ਰਹਿੰਦੀ ਹੈ। ਦੂਜੀ ਗੱਲ ਮੈਨੂੰ ਇਹ ਪਰੇਸ਼ਾਨ ਕਰਦੀ ਕਿ ਜਦੋਂ ਪਾਪਾ 15 ਦਿਨਾਂ ਦੇ ਲਈ ਸਾਡੇ ਘਰ ਆਉਂਦੇ ਸਨ ਤਾਂ ਮੰਮੀ ਨੂੰ ਹੋਰ ਵੀ ਤਕਲੀਫ ਹੁੰਦੀ ਸੀ। ਇਸ ਕਰਕੇ ਇਸ ਗੱਲ ਦਾ ਮੈਂ ਰਾਜ਼ ਜਾਣਨਾ ਚਾਹੁੰਦੀ ਸੀ। ਆਖਰ ਇੱਕ ਰਾਤ ਨੂੰ ਕੀ ਹੁੰਦਾ ਹੈ ਜੋ ਉਸ ਨੂੰ ਇੰਨੀ ਹੀ ਤਕਲੀਫ ਹੁੰਦੀ ਹੈ। ਕੁਦਰਤੀ ਮੇਰੀ ਮਾਂ ਦੇ ਪੇਕਿਆਂ ਵਿੱਚ ਕਿਸੇ ਦੀ ਮੌਤ ਹੋ ਗਈ ਤੇ ਉਹ ਸੁਬਾਹ ਚਲੀ ਗਈ। ਰਾਤ ਨੂੰ ਉਸ ਨੂੰ ਉੱਥੇ ਹੀ ਰਹਿਣਾ ਪਿਆ। ਇਸ ਗੱਲ ਦੀ ਖਬਰ ਮੇਰੇ ਪਾਪਾ ਨੂੰ ਨਹੀਂ ਸੀ। ਮੈਂ ਇਸ ਪਲਾਨ ਵਿੱਚ ਆਪਣੀਆਂ ਦੋਨਾਂ ਭੈਣਾਂ ਨੂੰ ਵੀ ਨਾਲ ਰੱਖਿਆ। ਜੇਕਰ ਕੋਈ ਗੱਲ ਵਿਗੜਨ ਲੱਗੀ ਤਾਂ ਉਹ ਮੇਰੀ ਮਦਦ ਕਰਨਗੀਆਂ। ਮੇਰੀ ਛੋਟੀ ਭੈਣ ਨੇ ਪਾਪਾ ਨੂੰ ਬਾਹਰ ਰੋਟੀ ਲਈ ਕਿਹਾ। ਮੇਰੇ ਪਾਪਾ ਰੋਟੀ ਖਾਣ ਲੱਗ ਪਏ। ਉਹਨਾਂ ਨੇ ਮਾਂ ਬਾਰੇ ਪੁੱਛਿਆ ਤਾਂ ਮੇਰੀ ਭੈਣ ਨੇ ਕਿਹਾ ਕਿ ਮੰਮੀ ਦਾ ਸਿਰ ਦਰਦ ਹੋ ਰਿਹਾ, ਉਹ ਅੰਦਰ ਪਏ ਨੇ। ਜਦੋਂ ਪਾਪਾ ਰੋਟੀ ਖਾ ਰਹੇ ਸੀ ਤਾਂ ਮੈਂ ਲੁੱਕ ਕੇ ਕਮਰੇ ਵਿੱਚ ਚਲੀ ਗਈ ਤੇ ਚਾਦਰ ਲੈ ਕੇ ਪੈ ਗਈ। ਜਦੋਂ ਪਾਪਾ ਰੋਟੀ ਖਾ ਕੇ ਅੰਦਰ ਆਏ ਤਾਂ ਉਹਨਾਂ ਨੇ ਲਾਈਟ ਜਗਾਈ। ਜਦੋਂ ਲਾਈਟ ਜਗਾਈ ਤਾਂ ਮੈਂ ਬਿਲਕੁਲ ਵੀ ਹਿੱਲੀ ਨਾ, ਜਿਵੇਂ ਸੌਣ ਦਾ ਡਰਾਮਾ ਕਰਨ ਲੱਗੀ ਕਿ ਪਾਪਾ ਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਮੈਂ ਬਿਲਕੁਲ ਸੁੱਤੀ ਪਈ ਹਾਂ। ਮੈਨੂੰ ਅੰਦਰੋਂ ਅੰਦਰ ਡਰ ਵੀ ਬਹੁਤ ਲੱਗ ਰਿਹਾ ਸੀ। ਪਰ ਜਿਉਂ ਹੀ ਪਾਪਾ ਮੇਰੇ ਨੇੜੇ ਆਏ ਤੇ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਕਹਿੰਦੇ, ਸ਼ੀਤਲ ਮੈਨੂੰ ਮੁਆਫ਼ ਕਰ ਦੇ, ਮੈਂ ਕਸੂਰਵਾਰ ਹਾਂ। ਮੈਂ ਡਰ ਗਈ। ਮੈਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਮੈਂ ਅੱਗੋਂ ਕੀ ਬੋਲਾਂ। ਫਿਰ ਮੇਰੀ ਭੈਣ ਨੇ ਮੈਨੂੰ ਇੱਕ ਫੋਨ ਦਿੱਤਾ ਹੋਇਆ ਸੀ ਕਿ ਜੇਕਰ ਤੈਨੂੰ ਕੋਈ ਵੀ ਪਰੇਸ਼ਾਨੀ ਹੋਈ ਤਾਂ ਤੂੰ ਮੈਨੂੰ ਇੱਕ ਮੈਸੇਜ ਕਰ ਦੇਵੀਂ। ਮੈਂ ਜਲਦੀ ਇੱਕ ਮੈਸੇਜ ਉਸ ਨੂੰ ਸੈਂਡ ਕਰ ਦਿੱਤਾ। ਜਿਉਂ ਹੀ ਮੈਸੇਜ ਗਿਆ ਉਹ ਬਾਹਰ ਉੱਚੀ ਉੱਚੀ ਰੋਣ ਲੱਗ ਪਈ। ਮੇਰੇ ਪਾਪਾ ਜਲਦੀ ਬਾਹਰ ਚਲੇ ਗਏ। ਜਦੋਂ ਉਹ ਬਾਹਰ ਗਏ ਤਾਂ ਮੇਰੀ ਭੈਣ ਰੋ ਰਹੀ ਸੀ। ਮੇਰੇ ਪਾਪਾ ਨੇ ਪੁੱਛਿਆ ਕਿ ਕੀ ਗੱਲ ਹੈ ਤਾਂ ਮੇਰੀ ਭੈਣ ਨੇ ਕਿਹਾ ਕਿ ਮੈਨੂੰ ਸੱਪ ਦਿਖਾਈ ਦਿੱਤਾ ਹੈ। ਮੈਨੂੰ ਡਰ ਬਹੁਤ ਲੱਗ ਰਿਹਾ ਹੈ। ਤਕਰੀਬਨ ਰਾਤ ਦੇ 7 ਵਜੇ ਸਨ। ਉਧਰੋਂ ਮੇਰੀ ਮਾਂ ਵੀ ਵਾਪਸ ਆ ਗਈ। ਜਦੋਂ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਦੇਖਿਆ ਤਾਂ ਉਹ ਕਹਿਣ ਲੱਗੇ ਕਿ ਤੂੰ ਤਾਂ ਅੰਦਰ ਪਈ ਸੀ, ਤੂੰ ਬਾਹਰ ਕਿਵੇਂ ਚਲੀ ਗਈ। ਅਜੇ ਮੇਰੀ ਮਾਂ ਕੁਝ ਬੋਲਣ ਹੀ ਲੱਗੀ ਸੀ ਤੇ ਮੇਰੀ ਭੈਣ ਨੇ ਪਾਪਾ ਨੂੰ ਕਿਹਾ ਕਿ ਜਦੋਂ ਮੈਂ ਪਾਪਾ ਰੋ ਰਹੀ ਸੀ ਤਾਂ ਮੰਮੀ ਵੀ ਤੁਹਾਡੇ ਪਿੱਛੇ ਚਲੀ ਆਈ। ਮੇਰੀ ਮਾਂ ਵੀ ਸਮਝ ਗਈ ਸੀ ਕਿ ਮੇਰੇ ਮਗਰੋਂ ਇਹਨਾਂ ਨੇ ਕੁਝ ਨਾ ਕੁਝ ਗੜਬੜੀ ਕਰੀ ਹੈ। ਜਦੋਂ ਮੈਂ ਬਾਹਰ ਰੌਲਾ ਪੈਂਦਾ ਦੇਖਿਆ ਤਾਂ ਮੈਂ ਵੀ ਹੌਲੀ ਬਾਹਰ ਆ ਗਈ। ਮੇਰੀ ਮਾਂ ਮੇਰੇ ਵੱਲ ਗੁੱਸੇ ਨਾਲ ਦੇਖ ਰਹੀ ਸੀ। ਮੇਰੇ ਪਾਪਾ ਕਮਰੇ ਵਿੱਚ ਸੌਣ ਲਈ ਚਲੇ ਗਏ, ਪਰ ਫਿਰ ਮੇਰੀ ਮਾਂ ਮੇਰੀ ਬਾਂਹ ਫੜ ਕੇ ਘਰ ਦੇ ਪਿਛਲੇ ਕਮਰੇ ਵਿੱਚ ਮੈਨੂੰ ਲੈ ਗਈ ਤੇ ਮੈਨੂੰ ਕਹਿੰਦੀ, ਮੈਨੂੰ ਸੱਚੋ ਸੱਚ ਦੱਸ ਤੂੰ ਕੀ ਕਰਿਆ। ਜੇ ਤੂੰ ਮੈਨੂੰ ਝੂਠ ਬੋਲਿਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਵਾਂਗੀ। ਫਿਰ ਮੈਥੋਂ ਰਿਹਾ ਨਾ ਗਿਆ। ਮੈਂ ਕਿਹਾ, ਮੰਮੀ ਪਾਪਾ ਅਤੇ ਤੁਹਾਡੇ ਵਿੱਚ ਕੀ ਚੱਲ ਰਿਹਾ ਹੈ। ਤੁਹਾਨੂੰ ਪਾਪਾ ਇਹਨਾਂ ਰਾਤ ਨੂੰ ਪਰੇਸ਼ਾਨ ਕਿਉਂ ਕਰਦੇ ਹਨ। ਕੀ ਉਹ ਹੁਣ ਤੁਹਾਡੇ ਤੋਂ ਸੁਬਾਹ ਹੁਣ ਉੱਠਿਆ ਵੀ ਨਹੀਂ ਜਾਂਦਾ। ਮੈਂ ਤੁਹਾਡੀ ਜਗ੍ਹਾ ਤੇ ਸੌਣ ਲਈ ਤੁਹਾਡੇ ਕਮਰੇ ਵਿੱਚ ਗਈ ਸੀ ਤੇ ਪਾਪਾ ਤੁਹਾਡੇ ਤੋਂ ਮੁਆਫ਼ੀ ਮੰਗ ਰਹੇ ਸਨ। ਫਿਰ ਮੇਰੀ ਮਾਂ ਨੇ ਰੋਂਦੇ ਹੋਏ ਇੱਕ ਗੱਲ ਦੱਸੀ ਕਿ ਤੁਹਾਡੇ ਪਾਪਾ ਨੇ ਦੂਜਾ ਵਿਆਹ ਨਹੀਂ ਕਰਵਾਇਆ। ਜਦੋਂ ਮੈਂ ਮੰਮੀ ਦੇ ਮੂੰਹੋਂ ਇਹ ਗੱਲ ਸੁਣੀ ਤਾਂ ਮੈਂ ਕਿਹਾ ਕਿ ਉਹ ਜੋ ਦੂਸਰੇ ਘਰ ਵਿੱਚ ਰਹਿ ਰਹੇ ਨੇ ਉਹ ਕੌਣ ਨੇ। ਤਾਂ ਮੇਰੀ ਮੰਮੀ ਨੇ ਕਿਹਾ ਕਿ ਉਹ ਦੂਜੇ ਘਰ ਵਿੱਚ ਤੁਹਾਡੇ ਪਾਪਾ ਦੇ ਨਾਲ ਤੁਹਾਡੀ ਭੂਆ ਰਹਿ ਰਹੀ ਹੈ। ਜਦੋਂ ਮੈਂ ਆਪਣੀ ਮਾਂ ਦੇ ਮੂੰਹੋਂ ਭੂਆ ਬਾਰੇ ਗੱਲ ਸੁਣੀ ਤਾਂ ਮੈਂ ਕਿਹਾ, ਭੂਆ ਤਾਂ ਆਪਣੇ ਸਹੁਰੇ ਪਿੰਡ ਰਹਿ ਰਹੀ ਹੈ, ਫਿਰ ਇਹ ਦੂਸਰੀ ਭੂਆ ਕਿੱਥੋਂ ਆ ਗਈ। ਫਿਰ ਮੇਰੀ ਮੰਮੀ ਨੇ ਕਿਹਾ ਕਿ ਤੁਹਾਡੇ 2 ਭੂਆ ਸਨ। ਜਿਹੜੀ ਤੁਹਾਡੀ ਛੋਟੀ ਭੂਆ ਹੈ ਉਸ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖਿਲਾਫ ਘਰ ਤੋਂ ਭੱਜ ਕੇ ਵਿਆਹ ਕਰਵਾਇਆ ਸੀ। ਉਸ ਤੋਂ ਬਾਅਦ ਤੇਰੇ ਪਾਪਾ ਤੇ ਦਾਦਾ ਦਾਦੀ ਨੇ ਉਹਨਾਂ ਨੂੰ ਕਦੇ ਵੀ ਨਹੀਂ ਸੀ ਬੁਲਾਇਆ ਤੇ ਉਹਨਾਂ ਨਾਲ ਵਰਤ ਵਰਤੇਵਾ ਵੀ ਨਹੀਂ ਸੀ ਰੱਖਿਆ। ਇਹਨਾਂ ਨੇ ਕਦੇ ਵੀ ਉਸ ਦੀ ਕੋਈ ਪੁੱਛ ਪੜਤਾਲ ਨਹੀਂ ਸੀ ਕਰੀ ਕਿ ਉਹ ਜਿਉਂਦੀ ਹੈ ਕਿ ਮਰ ਗਈ। ਅਚਾਨਕ ਇੱਕ ਦਿਨ ਤੇਰੇ ਪਾਪਾ ਨੂੰ ਉਹਨਾਂ ਦੇ ਕਿਸੇ ਗੁਆਂਢ ਵਿੱਚੋਂ ਫੋਨ ਆਇਆ ਕਿ ਉਸ ਨੇ ਦੱਸਿਆ ਕਿ ਤੁਹਾਡੀ ਕੁੜੀ ਰਾਣੀ ਦੀ ਹਾਲਤ ਪਾਗਲਾਂ ਦੀ ਤਰ੍ਹਾਂ ਹੋ ਗਈ ਹੈ। ਉਸਦੇ ਘਰ ਵਾਲੇ ਨੇ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ। ਬੱਚੇ ਤੇ ਉਹ ਸੜਕ ਤੇ ਰੁਲ ਰਹੇ ਹਨ। ਤੇਰੇ ਪਾਪਾ ਨੇ ਮੇਰੇ ਨਾਲ ਗੱਲ ਕਰੀ। ਤੇਰੇ ਪਾਪਾ ਦੂਜੇ ਤੀਜੇ ਦਿਨ ਜਾ ਕੇ ਉਸਦਾ ਟ੍ਰੀਟਮੈਂਟ ਕਰਵਾਉਂਦੇ ਸਨ। ਫਿਰ ਜਦੋਂ ਡਾਕਟਰਾਂ ਨੇ ਕਿਹਾ ਕਿ ਤੁਹਾਨੂੰ 15 ਦਿਨ ਲਈ ਇੱਥੇ ਰਹਿਣਾ ਪਵੇਗਾ ਤਾਂ ਤੇਰੇ ਪਾਪਾ ਨੇ ਕਿਹਾ ਕਿ ਲੋਕ ਕੀ ਕਹਿਣਗੇ,
ਕਿ ਮੈਂ ਕਿੱਥੇ ਰਹਿੰਦਾ ਹਾਂ। ਫਿਰ ਅਸੀਂ ਦੋਹਾਂ ਨੇ ਇਹ ਕਹਾਣੀ ਬਣਾਈ ਕਿ ਤੁਹਾਡੇ ਦੂਜੇ ਵਿਆਹ ਦੀ ਗੱਲ ਇੱਥੇ ਉਡਾ ਦੇਵਾਂਗੇ, ਕਿਉਂਕਿ ਉਹ ਪਹਿਲਾਂ ਹੀ ਆਂਢ ਗੁਆਂਢ ਦੀਆਂ ਔਰਤਾਂ ਤਾਂ ਮੈਨੂੰ ਇਹੀ ਕਹਿੰਦੀਆਂ ਸੀ ਕਿ ਇਸ ਆਦਮੀ ਤੋਂ ਪਿੱਛਾ ਛੁਡਾ ਲੈ, ਕਿਉਂਕਿ ਤੇਰੇ ਪਾਪਾ ਦਾ ਸੁਭਾਅ ਪਹਿਲਾਂ ਇਸ ਤਰ੍ਹਾਂ ਦਾ ਨਹੀਂ ਸੀ। ਜਦੋਂ ਤੋਂ ਤੇਰੇ ਭੂਆ ਨੇ ਭੱਜ ਕੇ ਵਿਆਹ ਕਰਵਾਇਆ ਸੀ ਤਾਂ ਉਸ ਦਾ ਸੁਭਾਅ ਗੁੱਸੇਖੋਰ ਹੋ ਗਿਆ ਸੀ। ਜਦੋਂ ਲੋਕਾਂ ਨੂੰ ਉਸ ਗੱਲ ਦਾ ਪਤਾ ਲੱਗਿਆ ਤਾਂ ਉਹ ਤਾਨੇ ਦਿੰਦੇ ਸਨ, ਤਾਂ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਹੀਂ ਸੀ ਹੁੰਦੀ। ਪਰ ਜਦੋਂ ਹੁਣ ਤੇਰੀ ਭੂਆ ਦੀ ਇਸ ਹਾਲਤ ਦਾ ਅਚਾਨਕ ਪਤਾ ਲੱਗਿਆ ਤਾਂ ਮੈਂ ਹੀ ਉਹਨਾਂ ਨੂੰ ਮਜਬੂਰ ਕੀਤਾ ਕਿ ਤੁਸੀਂ ਰਾਣੀ ਭੈਣ ਦਾ ਕਿਸੇ ਡਾਕਟਰ ਤੋਂ ਇਲਾਜ ਕਰਵਾਓ। ਫਿਰ ਤੇਰੇ ਪਾਪਾ ਮਜਬੂਰ ਹੋ ਕੇ ਉਸਦੇ ਇਲਾਜ ਲਈ ਜਿਸ ਡਾਕਟਰ ਕੋਲ ਗਏ, ਪਹਿਲਾਂ ਤਾਂ ਡਾਕਟਰ ਦਵਾਈ ਦੇ ਕੇ ਮੋੜ ਦਿੰਦੇ ਸਨ। ਫਿਰ ਡਾਕਟਰ ਨੇ ਕਿਹਾ ਕਿ ਤੁਹਾਨੂੰ 15 ਦਿਨ ਇੱਥੇ ਰਹਿਣਾ ਪਵੇਗਾ, ਤੇ ਫਿਰ ਉਹ 15 ਦਿਨਾਂ ਤੋਂ ਬਾਅਦ ਘਰ ਭੇਜਣ ਲੱਗ ਪਏ। ਇਸ ਘਰ ਵਿੱਚ ਤੁਹਾਡੀ ਭੂਆ ਦਾ ਰਹਿਣਾ ਬਹੁਤ ਮੁਸ਼ਕਲ ਸੀ। ਉਧਰੋਂ ਤੁਹਾਡੀ ਉਮਰ ਵੀ ਵਿਆਹਯੋਗ ਹੋ ਗਈ ਸੀ, ਇਸ ਕਰਕੇ ਉਸ ਨੂੰ ਇਸ ਘਰ ਵਿੱਚ ਨਹੀਂ ਸੀ ਰੱਖ ਸਕਦੇ, ਕਿਉਂਕਿ ਤੁਹਾਡੇ ਰਿਸ਼ਤਿਆਂ ਵਿੱਚ ਵੀ ਰੁਕਾਵਟ ਬਣ ਸਕਦੀ ਸੀ। ਔਲਾਦ ਦੀ ਖਾਤਰ ਤੁਹਾਡੇ ਪਾਪਾ ਨੇ ਦੂਜੇ ਵਿਆਹ ਦੀ ਗੱਲ ਇਸ ਕਰਕੇ ਬਣਾਈ ਸੀ ਕਿ ਲੋਕਾਂ ਨੂੰ ਸ਼ੱਕ ਨਾ ਹੋਵੇ, ਕਿਉਂਕਿ ਜਦੋਂ ਤੁਹਾਡੀ ਭੂਆ ਭੱਜੀ ਸੀ ਉਦੋਂ ਤੋਂ ਬਾਅਦ ਆਪਾਂ ਆਪਣਾ ਪਿੰਡ ਛੱਡ ਕੇ ਇਸ ਸ਼ਹਿਰ ਵਿੱਚ ਰਹਿਣ ਲੱਗ ਪਏ ਸੀ। ਪਰ ਪਿੰਡ ਦੇ ਲੋਕਾਂ ਨੇ ਇੱਥੇ ਆਂਢ ਗੁਆਂਢ ਵਿੱਚ ਤੁਹਾਡੀ ਭੂਆ ਦੀਆਂ ਗੱਲਾਂ ਪਹੁੰਚਾ ਦਿੱਤੀਆਂ ਸਨ। ਤੇਰੇ ਪਾਪਾ ਨੇ ਤੇਰੀ ਭੂਆ ਦਾ ਇਲਾਜ ਤਾਂ ਬਹੁਤ ਕਰਵਾਇਆ, ਪਰ ਅਜੇ ਤੱਕ ਕੋਈ ਫਰਕ ਵੀ ਨਹੀਂ ਸੀ ਪਿਆ। ਡਾਕਟਰਾਂ ਨੇ ਤਾਂ ਬਿਲਕੁਲ ਹੀ ਜਵਾਬ ਦੇ ਦਿੱਤਾ ਹੈ। ਤਾਂ ਜਦੋਂ ਮੇਰੀ ਮੰਮੀ ਨੇ ਰੋਂਦੇ ਹੋਏ ਇਹ ਸਾਰੀ ਕਹਾਣੀ ਦੱਸੀ ਤਾਂ ਮੰਮੀ ਨੂੰ ਮੈਂ ਕਿਹਾ ਕਿ ਮੰਮੀ, ਤੁਸੀਂ ਸਾਡੇ ਤੋਂ ਇਹ ਗੱਲ ਲੁਕੋ ਕੇ ਕਿਉਂ ਰੱਖੀ? ਅਸੀਂ ਆਪਣੇ ਪਾਪਾ ਨਾਲ ਨਫ਼ਰਤ ਨਾ ਕਰਦੀਆਂ, ਜੇਕਰ ਸਾਨੂੰ ਸੱਚਾਈ ਪਤਾ ਹੁੰਦੀ। ਮੇਰੀ ਭੂਆ ਦੀਆਂ 2 ਕੁੜੀਆਂ ਸਨ, ਉਹਨਾਂ ਨੂੰ ਮੇਰੇ ਪਾਪਾ ਨੇ ਹੋਸਟਲ ਵਿੱਚ ਪੜ੍ਹਨ ਲਈ ਪਾ ਦਿੱਤਾ ਸੀ। ਉਹਨਾਂ ਨੂੰ ਜਦੋਂ ਛੁੱਟੀ ਹੁੰਦੀ ਤਾਂ ਤੇਰੇ ਪਾਪਾ ਹਰ ਸ਼ਨੀਵਾਰ ਨੂੰ ਤੇਰੀ ਭੂਆ ਕੋਲ ਲੈ ਆਉਂਦੇ ਸਨ। ਪਰ ਮੈਨੂੰ ਅਜੇ ਤੱਕ ਇਹ ਗੱਲ ਨਹੀਂ ਸੀ ਸਮਝ ਆ ਰਹੀ ਕਿ ਪਾਪਾ ਮੰਮੀ ਤੋਂ ਮੁਆਫ਼ੀ ਕਿਉਂ ਮੰਗ ਰਹੇ ਸਨ। ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ, ਤੁਹਾਡੇ ਅਤੇ ਪਾਪਾ ਵਿੱਚ ਕੀ ਚੱਲ ਰਿਹਾ ਹੈ? ਪਾਪਾ ਰੋ ਰੋ ਕੇ ਤੁਹਾਡੇ ਤੋਂ ਕਿਉਂ ਮੁਆਫ਼ੀ ਮੰਗ ਰਹੇ ਹਨ? ਫਿਰ ਮੇਰੀ ਮੰਮੀ ਨੇ ਕਿਹਾ ਕਿ ਮੇਰੇ ਹੁਣ ਇੱਕ ਅਚਾਨਕ ਬੱਚਾ ਹੋਣ ਵਾਲਾ ਹੋ ਗਿਆ ਸੀ ਤੇ ਤੇਰੇ ਪਾਪਾ ਨੇ ਜ਼ਬਰਦਸਤੀ ਮੇਰੇ ਤੋਂ ਅਬੋਰਸ਼ਨ ਕਰਵਾ ਦਿੱਤਾ। ਜਦੋਂ ਡਾਕਟਰਾਂ ਨੇ ਅਬੋਰਸ਼ਨ ਕਰਿਆ ਤਾਂ ਉਹਨਾਂ ਨੇ ਦੱਸਿਆ ਕਿ ਤੁਹਾਡੇ ਬੇਟਾ ਸੀ। ਮੈਨੂੰ ਉਸ ਦਿਨ ਤੋਂ ਬਹੁਤ ਦੁਖੀ ਸੀ ਕਿ ਤੇਰੇ ਪਾਪਾ ਨੇ ਮੇਰੇ ਤੋਂ ਮੇਰਾ ਪੁੱਤ ਖੋਹ ਲਿਆ। ਇਸ ਕਰਕੇ ਮੈਂ ਤੇਰੇ ਪਾਪਾ ਨਾਲ ਨਾਰਾਜ਼ ਹਾਂ। ਤੇਰੇ ਪਾਪਾ ਕਹਿੰਦੇ ਕਿ ਹੁਣ ਤਾਂ ਬੇਟੀਆਂ ਦੇ ਵਿਆਹ ਦੀ ਉਮਰ ਹੈ, ਹੁਣ ਆਪਾਂ ਇਹ ਬੱਚਾ ਨਹੀਂ ਲੈ ਸਕਦੇ। ਮੈਂ ਜਦੋਂ ਮਜਬੂਰਨ ਅਬੋਰਸ਼ਨ ਕਰਵਾਇਆ ਤਾਂ ਮੇਰੀ ਹਾਲਤ ਬਹੁਤ ਖਰਾਬ ਹੋ ਗਈ। ਇਸ ਤਰ੍ਹਾਂ ਦੀ ਹੋ ਗਈ ਕਿ ਮੇਰਾ ਸਰੀਰ ਵਿੱਚ ਕਮਜ਼ੋਰੀ ਆ ਗਈ ਤੇ ਮੇਰੇ ਤੋਂ ਤੁਰਿਆ ਵੀ ਨਹੀਂ ਸੀ ਜਾਂਦਾ। ਬਸ ਹੁਣ ਤਾਂ ਪਛਤਾਵਾ ਹੀ ਪੱਲੇ ਰਹਿ ਗਿਆ ਹੈ ਕਿ ਪ੍ਰਮਾਤਮਾ ਨੇ ਪੁੱਤ ਵੀ ਦੇ ਦਿੱਤਾ ਤੇ ਦਿੱਤਾ ਵੀ ਇਸ ਉਮਰੇ। ਮੇਰੇ ਤੋਂ ਮੇਰਾ ਦੂਜਾ ਪੁੱਤ ਵੀ ਖੋਹ ਲਿਆ। ਤੇਰੇ ਪਾਪਾ 15 ਦਿਨ ਦਿੱਲੀ ਰਹਿੰਦੇ ਹਨ ਤੇ 15 ਦਿਨ ਆਪਣੇ ਘਰ। ਉਸ ਘਰ ਵਿੱਚ ਤਾਂ ਸਿਰਫ ਤੇਰੀ ਭੂਆ ਜਦੋਂ ਹੁੰਦੀ ਹੈ ਉਸ ਟਾਈਮ ਹੀ ਤੇਰੇ ਪਾਪਾ ਉਹਨਾਂ ਦੀ ਦੇਖਭਾਲ ਲਈ ਰਹਿੰਦੇ ਹਨ। ਤੇ ਫਿਰ ਮੈਂ ਮੰਮੀ ਨੂੰ ਕਿਹਾ ਕਿ ਮੈਂ ਭੂਆ ਨੂੰ ਦੇਖਣਾ ਚਾਹੁੰਦੀ ਹਾਂ। ਇੱਕ ਦਿਨ ਰਾਤ ਨੂੰ ਜਦੋਂ ਮੈਂ ਉਸ ਘਰ ਵਿੱਚ ਗਈ ਤਾਂ ਭੂਆ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ਉਹ ਨਾ ਮਰਿਆਂ ਵਿੱਚ ਸੀ ਤੇ ਨਾ ਹੀ ਜਿਉਂਦਿਆਂ ਵਿੱਚ। ਉਸਦੇ ਸਿਰ ਵਿੱਚ ਗੰਭੀਰ ਸੱਟ ਲੱਗਣ ਕਰਕੇ ਉਸਦੀ ਯਾਦਾਸ਼ਤ ਚਲੀ ਗਈ ਸੀ, ਸਿਰਫ ਅੱਖਾਂ ਨਾਲ ਦੇਖ ਸਕਦੀ ਸੀ ਤੇ ਉਸ ਨੂੰ ਆਪਣੇ ਪਰਾਏ ਦੀ ਕੋਈ ਪਹਿਚਾਣ ਨਹੀਂ ਸੀ। ਉਹ ਤਾਂ ਸਿਰਫ ਇੱਕ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਕੱਟ ਰਹੀ ਸੀ। ਮੈਨੂੰ ਆਪਣੀ ਭੂਆ ਤੇ ਤਰਸ ਆ ਰਿਹਾ ਸੀ ਕਿ ਉਸਨੇ ਆਪਣੇ ਪਿਆਰ ਦੀ ਖਾਤਰ ਆਪਣਾ ਪਰਿਵਾਰ ਤੋਂ ਟੁੱਟ ਕੇ ਉਸ ਆਦਮੀ ਨੂੰ ਅਪਣਾਇਆ ਸੀ, ਪਰ ਉਸਨੇ ਮੇਰੀ ਭੂਆ ਦੇ ਨਾਲ ਬਹੁਤ ਵੱਡਾ ਧੋਖਾ ਕਰਿਆ ਤੇ ਮੇਰੀ ਭੂਆ ਦੀ ਇਹ ਹਾਲਤ ਕਰ ਦਿੱਤੀ ਤੇ ਉਸ ਨੂੰ ਜਿਉਂਦੇ ਜੀ ਮਾਰ ਦਿੱਤਾ। ਹਾਂਜੀ ਦੋਸਤੋ, ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰਨਾ ਨਾ ਭੁੱਲਣਾ। ਮਿਲਾਂਗੇ ਜੀ ਕੱਲ੍ਹ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ।
ਸਤਿ ਸ਼੍ਰੀ ਅਕਾਲ।